ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪੂਰਨਮਾਸ਼ੀ ਵਾਲੇ ਦਿਨ ਸਨ 1469 ਨੂੰ ਖੱਤਰੀਆਂ ਦੇ ਘਰ ਹੋਇਆ। ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਦੇਵੀ ਸੀ ਅਤੇ ਪਿਤਾ ਦਾ ਨਾਮ ਮਹਿਤਾ ਕਾਲੂ ਜੀ ਸੀ। ਜਦੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਾ ਪਤਾ ਮਹਿਤਾ ਕਾਲੂ ਜੀ ਨੂੰ ਲੱਗਾ ਤਾਂ ਮਹਿਤਾ ਕਾਲੂ ਜੀ ਸਵੇਰੇ ਵੱਡੇ ਵੇਲੇ ਉੱਠ ਕੇ ਪੰਡਤ ਹਰੀ ਦਿਆਲ ਜੀ ਦੇ ਘਰੇ ਗਏ ਤੇ ਪੰਡਤ ਜੀ ਨੂੰ ਜਾ ਕੇ ਕਹਿਣ ਲੱਗੇ ਕਿ ਪਾਂਦਾ ਜੀ ਮੱਥਾ ਟੇਕਦੇ ਆ। ਤੇ ਅੱਗਿਓਂ ਪੰਡਤ ਨੇ ਕਿਹਾ, ਕਾਲੂ ਜੀ ਇੰਨੀ ਸਵੇਰੇ ਸਵੇਰੇ ਕਿਉਂ ਆਏ ਹੋ? ਮਹਿਤਾ ਕਾਲੂ ਜੀ ਨੇ ਕਿਹਾ ਕਿ ਪਾਂਦਾ ਜੀ ਮੇਰੇ ਘਰ ਵਿੱਚ ਬਾਲਕ ਨੇ ਜਨਮ ਲਿਆ ਹੈ ਤੇ ਤੁਸੀਂ ਚੱਲ ਕੇ ਉਸ ਦੀ ਜਨਮ ਪੱਤਰੀ ਲਿਖ ਲਵੋ। ਤਾਂ ਪੰਡਤ ਜੀ ਨੇ ਕਿਹਾ ਕਿ ਕਾਲੂ ਤੂੰ ਘਰ ਚੱਲ, ਮੈਂ ਪੂਜਾ ਪਾਠ ਕਰਕੇ ਤੇਰੇ ਮਗਰ ਹੀ ਆਉਂਦਾ ਹਾਂ। ਤਾਂ ਮਹਿਤਾ ਕਾਲੂ ਜੀ ਆਪਣੇ ਘਰ ਆ ਗਏ। ਕੁਝ ਹੀ ਸਮੇਂ ਦੇ ਬਾਅਦ ਪੰਡਤ ਹਰੀ ਦਿਆਲ ਜੀ ਵੀ ਉਹਨਾਂ ਦੇ ਘਰ ਪਹੁੰਚ ਗਏ। ਘਰ ਪਹੁੰਚ ਕੇ ਪੰਡਤ ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ, ਅੰਦਰ ਜਾ ਕੇ ਦਾਈ ਮਾਂ ਨੂੰ ਬੁਲਾਓ, ਅਸੀਂ ਉਹਨਾਂ ਤੋਂ ਬਾਲਕ ਦੇ ਜਨਮ ਬਾਰੇ ਕੁਝ ਪੁੱਛਣਾ ਹੈ। ਮਹਿਤਾ ਕਾਲੂ ਜੀ ਅੰਦਰ ਗਏ ਅਤੇ ਦਾਈ ਮਾਂ ਨੂੰ ਬੁਲਾ ਕੇ ਪੰਡਤ ਜੀ ਦੇ ਕੋਲ ਲੈ ਆਏ। ਤਾਂ ਪੰਡਤ ਜੀ ਨੇ ਦਾਈ ਮਾਂ ਨੂੰ ਪੁੱਛਿਆ ਕਿ ਮਾਤਾ ਜੀ ਮੈਨੂੰ ਦੱਸੋ ਕਿ ਇਸ ਬਾਲਕ ਦਾ ਜਨਮ ਕਿਸ ਸਮੇਂ ਹੋਇਆ ਹੈ। ਦਾਈ ਮਾਂ ਨੇ ਪੰਡਤ ਨੂੰ ਕਿਹਾ ਕਿ ਪਾਂਦਾ ਜੀ ਇਸ ਬਾਲਕ ਦਾ ਜਨਮ ਅੱਧੀ ਰਾਤ ਨੂੰ 7ਵੇਂ ਪਹਿਰ ਵਿੱਚ ਹੋਇਆ ਹੈ। ਪਰ ਪੰਡਤ ਜੀ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਚਾਹੁੰਦੀ ਹਾਂ ਕਿ ਮੇਰੇ ਹੱਥਾਂ ਵਿੱਚ ਬੜੇ ਬਾਲਕਾਂ ਨੇ ਜਨਮ ਲਿਆ ਹੈ, ਪਰ ਇਸ ਬਾਲਕ ਦੇ ਜਨਮ ਸਮੇਂ ਮੈਂ ਕਿਹੜਾ ਕ੍ਰਿਸ਼ਮਾ ਦੇਖਿਆ ਹੈ ਉਸ ਨੂੰ ਮੈਂ ਬਿਆਨ ਨਹੀਂ ਕਰ ਸਕਦੀ। ਜਿੰਨੇ ਵੀ ਬੱਚੇ ਇਸ ਸੰਸਾਰ ਵਿੱਚ ਆਉਂਦੇ ਹਨ ਉਹ ਰੋਂਦੇ ਹੋਏ ਹੀ ਆਉਂਦੇ ਹਨ, ਪਰ ਇਹ ਬਾਲਕ ਤਾਂ ਕੁਝ ਅਜੀਬ ਹੀ ਹੈ, ਕਿਉਂਕਿ ਇਹ ਬਾਲਕ ਜਨਮ ਲੈਣ ਤੋਂ ਬਾਅਦ ਕੁਝ ਇਸ ਤਰ੍ਹਾਂ ਹੱਸਿਆ ਜਿਵੇਂ ਕੋਈ ਸਿਆਣਾ ਬੱਚਾ ਹੱਸਦਾ ਹੈ। ਦਾਈ ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਪੰਡਤ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਕਾਲੂ ਕਿ ਦਾਈ ਮਾਂ ਦੇ ਦੱਸਣ ਮੁਤਾਬਕ ਇਹ ਆਮ ਬਾਲਕ ਨਹੀਂ ਲੱਗਦਾ ਅਤੇ ਮੈਂ ਵੀ ਇਸ ਬਾਲਕ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਪਰ ਦਾਈ ਮਾਂ ਨੇ ਪੰਡਤ ਨੂੰ ਕਿਹਾ ਕਿ ਪੰਡਤ ਜੀ ਬੱਚਾ ਹਜੇ ਕੁਝ 2 ਹੀ ਘੰਟਿਆਂ ਦਾ ਹੈ, ਬਾਹਰ ਠੰਡ ਵੀ ਹੈ, ਇਸ ਲਈ ਬੱਚੇ ਨੂੰ ਕਮਰੇ ਤੋਂ ਬਾਹਰ ਲੈ ਕੇ ਆਉਣਾ ਠੀਕ ਨਹੀਂ ਹੈ। ਪਰ ਪੰਡਤ ਜੀ ਨੇ ਜਿੱਦ ਕਰਨੀ ਸ਼ੁਰੂ ਕਰ ਦਿੱਤੀ ਤੇ ਕਿਹਾ ਕਿ ਤੁਸੀਂ ਮੇਰੀ ਜ਼ਿੰਮੇਵਾਰੀ ਤੇ ਬਾਲਕ ਨੂੰ ਬਾਹਰ ਲੈ ਕੇ ਆਓ, ਬਾਲਕ ਨੂੰ ਕੁਝ ਨਹੀਂ ਹੋਵੇਗਾ, ਮੇਰੇ ਤੇ ਭਰੋਸਾ ਕਰੋ। ਦਾਈ ਮਾਂ ਨੇ ਬੱਚੇ ਨੂੰ ਕੱਪੜੇ ਵਿੱਚ ਲਪੇਟ ਕੇ ਬਾਹਰ ਲੈ ਆਂਦਾ। ਹਰੀ ਦਿਆਲ ਬੜਾ ਸੂਝਵਾਨ ਪੰਡਤ ਸੀ ਅਤੇ ਗੁਰੂ ਜੀ ਦੇ ਦਰਸ਼ਨ ਕਰਦਿਆਂ ਹੀ ਨਿਹਾਲ ਹੋ ਗਿਆ ਤੇ ਉਸਨੇ ਸਭ ਤੋਂ ਪਹਿਲਾਂ ਦੋਨੋਂ ਹੱਥ ਜੋੜ ਕੇ ਬਾਲਕ ਨੂੰ ਨਮਸਕਾਰ ਕੀਤੀ ਤੇ ਦਾਈ ਮਾਂ ਨੂੰ ਕਿਹਾ ਕਿ ਹੁਣ ਤੁਸੀਂ ਇਸ ਬੱਚੇ ਨੂੰ ਅੰਦਰ ਲੈ ਜਾਓ। ਮਹਿਤਾ ਕਾਲੂ ਜੀ ਨੇ ਪੰਡਤ ਨੂੰ ਕਿਹਾ ਕਿ ਪੰਡਤ ਜੀ ਇਸ ਬਾਲਕ ਦਾ ਹੁਣ ਨਾਮ ਰੱਖੋ। ਤਾਂ ਪੰਡਤ ਹਰੀ ਦਿਆਲ ਜੀ ਨੇ ਸੋਚ ਸਮਝ ਕੇ ਭਾਈ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਕਾਲੂ ਇਸ ਬੱਚੇ ਦਾ ਨਾਮ ਮੈਂ 13 ਦਿਨਾਂ ਦੇ ਬਾਅਦ ਸੋਚ ਸਮਝ ਕੇ ਰੱਖਾਂਗਾ ਤੇ ਨਾਲ ਹੀ ਚੋਲਾ ਵੀ ਪਹਿਨਾਵਾਂਗਾ। ਪੰਡਤ 13 ਦਿਨਾਂ ਤੱਕ ਗੁਰੂ ਜੀ ਦਾ ਨਾਮ ਸੋਚਦਾ ਰਿਹਾ ਤੇ ਨਾਲ ਹੀ ਸੋਚ ਕੇ ਹੈਰਾਨ ਹੁੰਦਾ ਰਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਇਸ ਤਰ੍ਹਾਂ ਦਾ ਬਾਲਕ ਨਹੀਂ ਦੇਖਿਆ। 13 ਦਿਨਾਂ ਬਾਅਦ ਮਹਿਤਾ ਕਾਲੂ ਜੀ ਨੇ ਪੰਡਤ ਨੂੰ ਫਿਰ ਤੋਂ ਆਪਣੇ ਘਰ ਬੁਲਾਇਆ ਅਤੇ ਬਾਲਕ ਦਾ ਨਾਮ ਰੱਖਣ ਲਈ ਬੇਨਤੀ ਕੀਤੀ। ਤਾਂ ਪੰਡਤ ਜੀ ਨੇ ਬਾਲਕ ਨੂੰ ਚੋਲਾ ਪਾ ਕੇ ਭਾਈ ਕਾਲੂ ਜੀ ਨੂੰ ਕਿਹਾ ਕਿ ਅਸੀਂ ਤੇਰੇ ਬਾਲਕ ਦਾ ਨਾਮ ਨਾਨਕ ਦੇਵ ਰੱਖਾਂਗੇ। ਤਾਂ ਭਾਈ ਮਹਿਤਾ ਕਾਲੂ ਜੀ ਨੇ ਪੰਡਤ ਨੂੰ ਕਿਹਾ ਕਿ ਪੰਡਤ ਜੀ ਤੁਸੀਂ ਇਹ ਨਾਮ ਠੀਕ ਨਹੀਂ ਰੱਖਿਆ ਹੈ, ਕਿਉਂਕਿ ਇਹ ਨਾਮ ਹਿੰਦੂ ਤੁਰਕ ਦਾ ਸਾਂਝਾ ਹੈ। ਤਾਂ ਪੰਡਤ ਨੇ ਭਾਈ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਕਾਲੂ ਜੀ ਇਹ ਕੋਈ ਬਹੁਤ ਵੱਡਾ ਅਵਤਾਰੀ ਹੈ ਜਿਸ ਨੇ ਤੁਹਾਡੇ ਘਰ ਵਿੱਚ ਜਨਮ ਲਿਆ ਹੈ। ਇਸ ਤੋਂ ਪਹਿਲਾਂ ਸ਼੍ਰੀ ਰਾਮ ਚੰਦਰ ਤੇ ਸ਼੍ਰੀ ਕ੍ਰਿਸ਼ਨ ਜੀ ਅਵਤਾਰੀ ਸਨ ਤੇ ਉਹਨਾਂ ਨੂੰ ਹਿੰਦੂ ਪੂਜਦੇ ਸਨ, ਪਰ ਇਹਨਾਂ ਨੂੰ ਹਿੰਦੂ ਤੁਰਕ ਦੋਵੇਂ ਹੀ ਪੂਜਣਗੇ। ਇਹ ਕੋਈ ਬਹੁਤ ਵੱਡਾ ਗਿਆਨੀ ਧਿਆਨੀ ਹੋਵੇਗਾ ਜਿਸ ਨੂੰ ਸਮੁੰਦਰ, ਧਰਤੀ ਅਤੇ ਅਸਮਾਨ ਵੀ ਰਾਹ ਦੇਵੇਗਾ। 9 ਨਾਥ 84 ਸਿੱਧ 6 ਜਪੀ 52 ਪੀਰ 64 ਜੋਗਣੀ ਭੂਤ ਪ੍ਰੇਤ ਦੇਵ ਦਾਨਵ ਰਿਸ਼ੀ ਮੁਨੀ ਪੀਰ ਪੈਗੰਬਰ ਸਭ ਇਸ ਦੀ ਆਗਿਆ ਮੰਨਣਗੇ। ਇਹ ਆਪ ਨਿਰੰਕਾਰ ਮਨੁੱਖ ਦੇ ਰੂਪ ਵਿੱਚ ਜਗਤ ਦਾ ਉਦਾਰ ਕਰਨ ਵਾਸਤੇ ਆਇਆ ਹੈ। ਇਹ ਗੱਲ ਕਹਿਣ ਤੋਂ ਬਾਅਦ ਪੰਡਤ ਹਰੀ ਦਿਆਲ ਜੀ ਆਪਣੇ ਘਰ ਚਲੇ ਗਏ ਤੇ ਭਾਈ ਮਹਿਤਾ ਕਾਲੂ ਜੀ ਪੰਡਤ ਦੇ ਮੂੰਹੋਂ ਇਹ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਪੂਰੇ ਪਰਿਵਾਰ ਨੇ ਬਾਲਕ ਹੋਣ ਦੀ ਖੁਸ਼ੀ ਮਨਾਈ। ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ।